ਸਾਰਿਆਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਰਾਜਵੀਰ ਸਿੰਘ ਹੋਰਾ। ਤੁਸੀਂ ਵੇਖ ਰਹੇ ਹੋ ਤੇੜੀ ਬਾਤ ਨਿਊਜ਼। ਅਸੀਂ ਸੱਚ ਵਿਖਾਉਂਦੇ ਹਾਂ, ਡੰਕੇ ਦੀ ਚੋਟ ਤੇ ਵਿਖਾਉਂਦੇ ਹਾਂ। ਅਸੀਂ ਕਿਸੇ ਦੀ ਨਕਲ ਵੀ ਨਹੀਂ ਕਰਨੇ ਹਾਂ। ਪੱਤਰਕਾਰਤਾ ਧਰਮ ਦਾ ਅਛਰ ਸਾ ਪਾਲਨ ਕਰਨੇ ਹਾਂ। ਜੋ ਸਵਾਲ ਸੰਗਤ ਦੇ ਹੁੰਦੇ ਨੇ ਉਹ ਸਵਾਲ ਅਸੀਂ ਜ਼ਿੰਮੇਦਾਰਾਂ ਨਾਲ ਪੁੱਛਨੇ ਆ, ਡੰਕੇ ਦੀ ਚੋਟ ਦੇ ਨਾਲ ਪੁੱਛਨੇ ਆ ਔਰ ਸਵਾਲ ਦਾ ਜਵਾਬ ਵੀ ਲੈਣ ਦੀ ਪੂਰੀ ਕੋਸ਼ਿਸ਼ ਕਰਨੇ ਆ। ਸੰਗਤ ਜੀ, ਖੁਸ਼ੀ ਦੀ ਗੱਲ ਹੈ ਕਿ 11 ਫਰਵਰੀ ਨੂੰ ਚੁਣਾਵ ਹੋਣ ਜਾ ਰਹੇ ਹਨ। 12 ਵਰष ਦੇ ਬਾਅਦ ਇਹ ਚੁਣਾਵ ਹੋਣ ਜਾ ਰਹੇ ਹਨ ਤੇ ਪੈਨਲ ਵੀ ਵੱਧ ਚੜ ਕੇ ਇਸ ਦੇ ਅੰਦਰ ਹਿੱਸਾ ਲੈਣ ਜਾ ਰਹੀਆਂ ਹਨ। ਇਸ ਸਮੇਂ ਸਾਡੇ ਨਾਲ ਮੌਜੂਦ ਨੇ ਪਿਪਲਿਆ ਰਾਓ ਗੁਰਦੁਆਰਾ ਦੇ ਪ੍ਰਧਾਨ ਤੇ ਖਾਲਸਾ ਪੈਨਲ ਦੇ ਪ੍ਰਧਾਨ ਪਦ ਦੇ ਉਮੀਦਵਾਰ ਸਰਦਾਰ ਪ੍ਰੀਤਪਾਲ ਸਿੰਘ ਭਾਟੀਆ ਜੀ। ਭਾਟੀਆ ਜੀ, ਦੱਸੋ ਅੱਜ ਤੁਸੀਂ ਇੱਥੇ ਆਏ ਹੋ ਫਾਰਮ ਲੈਣ, ਕੀ ਸੰਦੇਸ਼ ਦੇਣਾ ਚਾਹੁੰਦੇ ਹੋ, ਕੀ ਕਹਿਣਾ ਚੁਣਾਵੀ ਪ੍ਰਕਿਰਿਆ ਨੂੰ ਲੈ ਕੇ ਤੁਹਾਨੂੰ? ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਸਿੰਘ ਸਭਾ ਇੰਦੌਰ ਦੇ ਜੋ ਚੋਣ ਹੋਣ ਜਾ ਰਹੇ ਨੇ 11 ਫਰਵਰੀ ਨੂੰ, ਉਸ ਦੇ ਫਾਰਮ ਲੈਣ ਖਾਲਸਾ ਪੈਨਲ ਔਰ ਖਾਲਸਾ ਪੈਨਲ ਦੀ ਪੂਰੀ ਟੀਮ ਅੱਜ ਗੁਰੂ ਸਿੰਘ ਸਭਾ ਇੰਦੌਰ ਆਫਿਸ 'ਚ ਆਈ ਹੈ ਔਰ ਫਾਰਮ ਲਏ ਨੇ। ਨਾਲ ਹੀ ਅੱਜ ਅਸਾਂ ਜੋ ਕਿ ਚੁਣਾਵ ਪ੍ਰਕਿਰਿਆ ਚੱਲ ਰਹੀ ਹੈ, ਬਹੁਤ ਘੱਟ ਸਮਾਂ ਮਿਲ ਰਿਹਾ ਹੈ ਚੁਣਾਵ ਪ੍ਰਚਾਰ ਕਰਨੇ ਦੇ ਹਿਸਾਬ ਨਾਲ, ਤੇ ਚੁਣਾਵ ਅਧਿਕਾਰੀਆਂ ਅੱਗੇ ਬੇਨਤੀ ਕੀਤੀ ਹੈ ਕਿ ਜੋ ਵੀ ਆਪ ਦੀ ਫੀਸ ਹੈ ਉਹ ਦੇ ਕੇ ਸਾਨੂੰ ਪੂਰੀ ਮਤਦਾਤਾ ਸੂਚੀ ਵਿਦ ਟੈਲੀਫੋਨ ਨੰਬਰ ਸਾਨੂੰ ਪ੍ਰੋਵਾਈਡ ਕਰਾਓ ਤਾਂ ਕਿ ਅਸੀਂ ਘੱਟ ਸਮਾਂ 'ਚ ਜ਼ਿਆਦਾ ਸੰਗਤ ਦੇ ਕੋਲ ਪਹੁੰਚ ਕੇ ਆਪਣਾ ਜੋ ਵੀ ਵਿਜ਼ਨ ਹੈ ਉਹ ਦੱਸ ਪਾਈਏ। ਪਰ ਚूँकि ਇੱਥੇ ਜੋ ਲਿਸਟ ਪਾਈ ਗਈ ਹੈ ਉਹਦੇ ਸਿਰਫ ਨਾਮ ਨੇ, ਮੋਬਾਈਲ ਨੰਬਰ ਵਗੈਰਾ ਨਹੀਂ ਹੈ, ਤੇ ਉਹਦੀ ਅਸਾਂ ਆਪੱਤੀ ਦਰਜ ਕਰਾਈਏ ਔਰ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਨੇ ਆ ਕਿ ਖਾਲਸਾ ਪੈਨਲ ਬੜੇ ਵੱਧ ਚੜ੍ਹ ਕੇ ਗੁਰੂ ਸਿੰਘ ਸਭਾ ਇੰਦੌਰ ਦੇ ਚੁਣਾव 'ਚ ਹਿੱਸਾ ਲੈ ਰਹੀ ਹੈ ਔਰ ਸੱਚੀ ਸੁੱਚੀ ਸੇਵਾ ਸੰਗਤ ਦੀ ਕਰੇਗੀ। ਬਾਕੀ ਸਾਰੇ ਆਪ ਜਾਣੀ ਜਾਣਕਾਰ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ जी की फतेह। ਪ੍ਰਿਤਪਾਲ ਸਿੰਘ ਭਾਟੀਆ ਜੀ, ਮੇਰਾ ਸਵਾਲ ਇਹ ਹੈ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਜੀ ਨੇ ਚੁਣਾव ਨੂੰ ਲੈ ਕੇ ਇੱਕ ਨਿਯਮਾਵਲੀ ਜਾਰੀ ਕੀਤੀ ਹੈ। ਉਸ ਨਿਯਮਾਵਲੀ ਦੇ ਅਨੁਸਾਰ ਪਤਿਤ ਵਿਅਕਤੀ ਚੁਣਾਵੀ ਪ੍ਰਕਿਰਿਆ ਦੇ ਅੰਦਰ ਭਾਗ ਨਹੀਂ ਲੈ ਸਕਦਾ ਹੈ। ਇਹ ਪਤਿਤ ਸ਼ਬਦ ਜੋ ਹੈ, ਇਹ ਪਤਿਤ ਸ਼ਬਦ ਦੀ ਕੀ ਵਿਆਖਿਆ ਹੁੰਦੀ ਹੈ कि शराब पीने वाला व्यक्ति पतित है या नहीं है, केस स्ट्रीमिंग करने वाला पतित है या नहीं है। ये बड़ा अशमझ ਦੀ स्थिति संगत चो जा चुकी है कि पतित कौन ਹੁੰਦਾ है। ਤੁਸੀਂ ਇਸ ਦੇ ਉੱਤੇ ਪ੍ਰਕਾਸ਼ ਡਾਲੋ। ਇਹ ਸਵਾਲ ਉਹਨਾਂ ਕੋਲੋਂ ਪੁੱਛਣਾ ਚਾਹੀਦਾ ਹੈ ਜੋ ਪਤਿਤ ਨਹੀਂ ਹੈ। ਤੁਸੀਂ ਪ੍ਰਧਾਨ ਪਦ ਦੇ ਉਮੀਦਵਾਰ ਹੋ, ਜੇ ਪਰਮਾਤਮਾ ਨੇ ਚਾਹਿਆ ਤਾਂ ਤੁਸੀਂ ਪ੍ਰਧਾਨ ਦੇ ਸੇਵਾਦਾਰ ਵੀ ਬਣ ਸਕਦੇ ਹੋ। ਪਰ ਤੁਸੀਂ ਇਹ ਕਹਿ ਰਹੇ ਹੋ ਕਿ ਪਤਿਤ ਸ਼ਬਦ ਦੀ ਵਿਆਖਿਆ ਉਹਨਾਂ ਕੋਲ ਪੁੱਛੋ ਕਿ ਚੁਣਾਵ ਅਧਿਕਾਰੀ ਕੋਲ ਪੁੱਛਿਆ ਜਾਏ, ਕਿਹਨਾਂ ਕੋਲ ਪੁੱਛਿਆ ਜਾਏ। ਤੁਹਾਨੂੰ ਪਤਿਤ ਸ਼ਬਦ ਦੀ परिभाषा नहीं पता है? हाँ, एक मिनट एडवोकेट साहब, ਤੁਸੀਂ एक मिनट। तो मेरा कहना है कि अकाल तख्त साहब ਦੇ ਜਥੇਦਾਰ ਦਾ ਇਹ ਹੁਕਮ ਹੈ, ਆਦੇਸ਼ ਹੈ कि पतित व्यक्ति चुनावी प्रक्रिया के अंदर भाग नहीं लेगा। कि मुच्छा नो ट्रिमिंग करने वाला व्यक्ति पतित है या नहीं, यस या नो में पूछना चाहना। शराब पीने वाला व्यक्ति पतित है या नहीं, यस या नो में पूछना चाहना। हाँ दसो या ना दसो, बाकी दूसरी कोई गल नहीं। बिल्कुल, आप जी का प्रश्न बिल्कुल सही है। और जो इस तरीके दे कार्यकाल च या जो इस तरीके दी मतलब ट्रिमिंग वगैरह करांदा है, उन ये चुनाव च हिस्सा लैन का कोई अधिकार नहीं। ਹੁਣ ਮੇਰਾ ਦੂਜਾ ਸਵਾਲ, ਸ੍ਰੀ ਅਕਾਲ ਤਖਤ ਦੇ ਜਥੇਦਾਰ ਤੇ ਪੰਥ ਦੇ ਪੰਜਾਂ ਜਥੇਦਾਰਾਂ ਦਾ ਹੁਕਮ ਹੈ ਕਿ ਉਸ ਹੁਕਮਨਾਮਾ ਉਸ ਆਦੇਸ਼ ਦਾ ਪਾਲਨ ਇਸ ਚੁਣਾਵ ਪ੍ਰਕਿਰਿਆ ਦੇ ਅੰਦਰ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਜੇਕਰ ਅਕਾਲ ਤਖਤ ਸਾਡੇ ਲਈ ਸਰਵੋੱਚ ਹੈ ਤਾਂ ਉਹਨਾਂ ਦਾ ਲਿਖਿਆ ਹੋਇਆ ਇੱਕ ਸ਼ਬਦ ਅਛਰਸਾ ਸਾਡੇ ਲਈ ਪਾਲਨ ਕਰਨਾ ਅਨਿਵਾर्य ਹੈ। अब मेरा प्रश्न ये है कि जो भी फार्म भर रहे हैं वो रहत महत मर्यादा का पालन करने वाले होने चाहिए ने। उन्होंने गुरबानी का पाठ करना आना चाहिए है, उन्होंने गुरुमुखी लिखनी पढ़नी आनी चाहिए है। ये उन्होंने आदेश है। तो इस नों लेकर ये जो चुनावी प्रक्रिया के अंदर जिन्ने भी उम्मीदवार खड़े होंगे उन्होंने लिखती टेस्ट लाइव संगत के सामने होना चाहिए या नहीं होना चाहिए, हाँ या ना? बिल्कुल सही है। ਇਸ ਤੋਂ ਇਲਾਵਾ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਾਲਣਾ ਅਸੀਂ ਕਈ ਸਾਲਾਂ ਤੋਂ ਪਿਪਲਿਆ ਰਾਓ ਗੁਰਦੁਆਰਾ ਵਿੱਚ ਕਰ ਰਹੇ ਹਾਂ ਔਰ ਮੇਰੇ ਖਿਆਲ 'ਚ ਇੰਦੌਰ 'ਚ ਪਹਿਲਾ ਗੁਰਦੁਆਰਾ ਹੋਗਾ ਜਿਹਨੇ ਅਕਾਲ ਤਖਤ ਸਾਹਿਬ ਦੇ ਪੂਰੇ ਆਦੇਸ਼ ਦੀ ਪਾਲਣਾ ਕੀਤੀ ਹੈ। ਤੇ ਮੈਂ ਜੋ ਆਪ ਜੀ ਪ੍ਰਸ਼ਨ ਕਰ ਰਹੇ ਹੋ, ਮੈਂ ਆਪ ਜੀ ਦੇ ਨਾਲ ਸਮਰਥਨ ਦੇਣਾ ਔਰ ਜੋ ਵੀ ਸੰਗਤ ਦਾ ਆਦੇਸ਼ ਆਏਗਾ, ਜੋ ਵੀ ਸਹਿਯੋਗੀ ਦਲਾਂ ਦਾ ਆਦੇਸ਼ ਆਏਗਾ, ਉਹਨ ਮੈਂ ਸਰਵ ਮਾਨਯ ਤਰੀਕੇ ਨਾਲ ਮੰਨਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਇਸ ਸਮੇਂ ਮੌਜੂਦ ਨੇ ਐਡਵੋਕੇਟ
ਅਮਰਜੀਤ ਸਿੰਘ ਕਾਨੂੰਨੀ ਪਹਿਲੂ ਨੇ ਬੜੇ ਚੰਗੀ ਤਰ੍ਹਾਂ ਸਮਝ ਸਕਦੇ ਨੇ ਤੇ ਸੰਗਤ ਦੇ ਸਾਹਮਣੇ ਰੱਖ ਸਕਦੇ ਨੇ। ਮੇਰਾ ਪ੍ਰਸ਼ਨ ਉਹੀ ਹੈ ਕਿ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਦਾ ਅਛਰਸਾ ਪਾਲਨ ਹੋਣਾ ਚਾਹੀਦਾ ਹੈ ਜਾਂ ਨਹੀਂ, ਹਾਂ ਜਾਂ ਨਾ। ਤੁਸੀਂ ਲਾਗ ਲਪੇਟ ਕਾਨੂੰਨੀ ਨਾ ਕਰ ਰਹੇ ਜੇ, ਸਿਰਫ ਇੰਨਾ ਦੱਸਣਾ ਹੈ ਕਿ ਅਕਾਲ ਤਖਤ ਦੇ ਜਥੇਦਾਰਾਂ ਦਾ ਤੇ 5 ਤਖਤਾਂ ਦੇ ਜਥੇਦਾਰਾਂ ਦਾ ਜੋ ਲਿਖਤੀ ਆਦੇਸ਼ ਹੈ ਉਸ ਆਦੇਸ਼ ਦਾ ਪਾਲਨ ਇਸ ਚੁਣਾਵ ਦੇ ਅੰਦਰ ਹੋਣਾ ਚਾਹੀਦਾ ਹੈ, ਹਾਂ ਜਾਂ ਨਾ। ਤੁਸੀਂ ਮੇਰਾ ਪੂਰਾ ਜਵਾਬ ਸੁਣੋਗੇ ਤਾਂ ਮੈਂ ਬੋਲਣਾ। देखो अकाल तख्त साहब के आदेश का पालन नहीं होना और क्यों नहीं होना, ये तो क्वेश्चन ही गलत है। बिल्कुल होना चाहिए, लेकिन कौन पालन कराएगा? जिन्हों को अधिकार है, चुनाव अधिकारी। असी तो चुनाव फार्म भरने आए हैं, असी तुसी साडे चेक कर लो, बाकी जो ने बंदे वो चुनाव अधिकारी तय करेंगे ना कौन एलिजिबल है या नहीं है। भाई अकाल तख्त साहब का एक प्रश्न ही गलत है। भाई अकाल तख्त साहब का अक्षरतः पालन होना ही चाहिए है, एक क्वेश्चन पूछने की लोड़ ही नहीं, लेकिन पालन कराने वाले चुनाव अधिकारी ने। असी थोड़ी चुनाव, असी तो साडा फार्म भर रहे हैं, तुम साडी एग्जाम कर सकते हो, लेकिन असी उन्होंने थोड़ी बोल सकते हैं। और साडे अधिकार क्षेत्र चुनाव अधिकारी थोड़ी आते हैं, उन्हें अपने सारे प्रोग्राम अपने सामने कर रहे हैं। मैं इंटरप्ट कर रहा जेकर गुरु घर के अंदर कोई गलत होवे तो हर सिख नूं ये पात्रता हासिल है कि भाई सामने वाला बंदा किन्ना भी उच्चा होवे, पैसे वाला होवे, ਉਹਦਾ ਵਿਰੋਧ ਕਰਨਾ ਇਹ ਹਰ ਸਿੱਖ ਦਾ ਕਰਤੱਵ ਹੈ। ਹੁਣ ਤੁਸੀਂ ਇਹ ਕਹਿ ਦਿੱਤਾ ਹੈ ਕਿ ਚੁਣਾਵ ਅਧਿਕਾਰੀ ਨੂੰ ਪਾਲਨ ਕਰਵਾਉਣਾ ਹੈ। ਜੇਕਰ ਚੁਣਾਵ ਅਧਿਕਾਰੀ ਨੇ ਪਾलन नहीं करवाया तो फिर एक संगत के तौर पे ਤੁਸੀਂ ਕੀ ਕਰੋਗੇ? देखो ऐसा है, चुनाव अधिकारी अजय जो अकाल तख्त साहब का मैटर आया है कि किसी भी तरीके नाल 11 फरवरी ਨੂੰ चुनाव कराओ, ਚਾਹੇ ਉਹਦੇ ਵਾਸਤੇ ਸਾਰੇ ਨਿਯਮ ਕਾਇਦਾ ਕਾਨੂੰਨ ਵਾਇਲੈਂਸ ਕਰ ਦਿੱਤਾ ਜਾਵੇ। मेरी गल सुनो, मैं 4 सितंबर ਨੂੰ पहली बारी सारे लेटर बना के दिते ने, सारे बायलाज नियम सारे मैं पिछले 4 महीने तो 6 महीने तो चिल्ला रहे हैं, इन्हों ਨੂੰ सब बेनती कर रहे हैं, लेकिन वो फिर की है सब दबा होके काम एक टाइम तो आके बोले नहीं 11 तारीख को चुनाव ने। अच्छा दबाव आ जाता है। अकाल तख्त साहब की इच्छा है कि चुनाव करा तो करा लो, फिर नियम कानून तो सब बखरे हो गए हैं। देखो तो फिर गैर सिक्खा नो भी दे दो, वोट दे दो, पात्रता सब दे दो, मतलब कोई मतलब ही नहीं रहेगा। साहब का आदेश है कि गैर सिक्खा वोट नहीं पा सकते तो वो नहीं पा सकते। असि अकाल तख्त से शराब पीने वाला दाढ़ी कट्टन वाला पा सकता है? नहीं करना, नहीं इन्होंने चाहिए ना चुनाव अधिकारी डिस्क्वालीफाई। देखो मेरे मैं तो कह रहा नहीं करना चाहिए, लेकिन मेरे अधिकार क्षेत्र नहीं ना, खलोते ना दे, लेकिन हूँ विरोध करने का टाइम नहीं, हूँ तो संगत को जाने का टाइम है। हूँ ਅਸੀਂ ਸੰਗਤ ਨੂੰ ਵਿਸ਼ਵਾਸ ਦਿਲਾਨੇ ਆ ਕਿ ਜੋ ਵੀ ਅਕਾਲ ਤਖਤ ਦੀ ਮਨਸ਼ਾ, ਅਸੀਂ ਸਾਡੀ ਬੰਟੀ ਵੀਰ ਜੀ ਦੀ ਕਮੇਟੀ ਬਣਨੇ ਤੋਂ ਬਾਅਦ ਅਸੀਂ ਪਹਿਲੇ ਦਿਨ ਤੋਂ ਤੁਹਾਨੂੰ ਲੱਗੇਗਾ ਕਿ ਅਕਾਲ ਤਖਤ ਸਾਹਿਬ ਦਾ ਆਦੇਸ਼ ਕੀ ਹੁੰਦਾ, ਉਹਦਾ ਪਾਲਨ ਕਿੱਕਣ ਕੀਤਾ ਜਾਂਦਾ। ਕਰਵਾਓਗੇ ਨਾ ਪਾਲਨ? ਇਹ ਗੁਰੂ ਨਾਨਕ ਦੇ ਘਰ ਤੇ ਕਹਿ ਰਹੇ ਅਸੀਂ, ਸਾਡੇ ਸਾਹਮਣੇ ਖਲੋਤੇ ਸਾਡੇ ਸਾਰੇ ਬਜ਼ੁਰਗ ਬਾਨਰੋਗ ਸਾਹਿਬ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਚੁਣਾਵ ਇਤਿਹਾਸਿਕ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਚਰਨ ਛੋਹ ਦਾ ਸਥਾਨ ਹੈ। ਅਗਰ ਇੱਥੇ ਮਰਿਆਦਾ ਦਾ ਪਾਲਨ ਨਹੀਂ ਹੋਇਆ ਤਾਂ ਫਿਰ ਕਿੱਥੇ ਹੋਏਗਾ? ਬਿਲਕੁਲ ਵੀ ਰਾਜੀ ਹੋਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਚੁਣਾਵ ਜੋ 11 ਤਾਰੀਖ ਨੂੰ ਹੋਣ ਜਾ ਰਹੇ ਨੇ, ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਸਾਹਿਬ ਦਾ निर्देश है कि पतित व्यक्ति चुनावी प्रक्रिया में हिस्सा नहीं लेगा, कि शराब पीने वाला, दाढ़ी कट्टन वाला, गुटके खाने वाला, केसादी बेदबी करने वाला इस चुनावी प्रक्रिया से हिस्सा ले सकता है? नहीं, वो फार्म ਦੇ ਵਿੱਚ ਬਿਲਕੁਲ ਲਿਖਿਆ ਹੈਗਾ। ਲੈ ਸਕਦਾ ਹੈ ਜਾਂ ਨਹੀਂ? ਨਹੀਂ, ਬਿਲਕੁਲ ਲੈ ਸਕਦਾ ਹੈ। ਉਹ ਨਹੀਂ ਲੈ ਸਕਦਾ। ਸ੍ਰੀ ਅਕਾਲ ਤਖਤ ਦੇ ਜਥੇਦਾਰ ਤੇ 5 ਤਖਤਾਂ ਦੇ ਜਥੇਦਾਰਾਂ ਦਾ ਇਹ ਹੁਕਮ ਹੈ, ਆਦੇਸ਼ ਹੈ, उस आदेश की पालना जिहदे अंदर स्पष्ट लिखा गया है कि सिख अमृतधारी रहत महत मर्यादा का पालन करने वाला सिख जैनू गुरुमुखी लिखनी पढ़नी आवे होगी वही इस प्रक्रिया चो शामिल हो सकता है। बिल्कुल सारा कुछ तुसी फार्म देख लो, ਉਹਦੇ ਨਿਯਮ ਵਿੱਚ ਲਿਖਿਆ, ਉਹਦੇ ਮੁਤਾਬਕ ਹੀ ਹੋਏਗਾ। ਉਹਨਾਂ ਦਾ ਟੈਸਟ ਕਰਵਾਓਗੇ? ਕਿੰਨਾ ਦਾ? ਕਿਵੇਂ ਪਤਾ ਚੱਲੇਗਾ ਕਿ ਇਨ ਗੁਰਮੁਖੀ ਪੜ੍ਹਨਾ ਆਂਦਾ ਹੈ ਨਹੀਂ ਆਂਦਾ ਹੈ, ਕੇਸਦਾਰੀ ਹੈ ਨਹੀਂ ਹੈ? ਅਸੀਂ ਪਹਿਲਾਂ ਫਿਰ ਮੇਰੀ ਵੀ ਗੱਲ ਸੁਣੋ ਨਾ। ਉਸ ਕੰਮ ਵਾਸਤੇ ਅਸੀਂ ਇਸ ਗੱਲ ਦਾ ਸਾਰੇ ਕੰਮਾਂ ਵਾਸਤੇ ਪਰਵੇਖਕ ਦੇ ਤੌਰ ਤੇ ਅਕਾਲ ਤਖਤ ਨੂੰ ਇੰਟੀਮੇਟ ਕਰ ਦਿੱਤਾ, ਉੱਥੋਂ ਪਰਵੇਖਕਾਂ ਨੂੰ ਬੁਲਾ ਲਿਆ ਤਾਂ ਕਿ ਉਹਨਾਂ ਦੇ ਸਾਹਮਣੇ ਸਾਰੇ ਫਾਰਮ ਦੀ ਗੱਲ ਰੱਖੀ ਜਾਏਗੀ। ਕਦ ਆਣਗੇ? ਉਹ ਆ ਜਾਣਗੇ ਅੱਜ ਹੀ ਸ਼ਾਮ ਤੱਕ। ਫਾਰਮ ਵਾਪਸੀ ਦੇ ਪਹਿਲੇ? ਹਾਂ, ਉਹ ਤਾਂ ਨੈਚੁਰਲ ਹੈ, ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਆਉਣਾ ਪਏਗਾ। ਸਾਡਾ ਲਿਖਤੀ ਟੈਸਟ ਕਿਉਂ ਨਹੀਂ ਲੈ ਸਕਦੇ ਹੋ ਤੁਸੀਂ? ਇਹ ਤੁਹਾਡਾ ਅਧਿਕਾਰ ਹੈ ਕਿ ਤੁਸੀਂ ਜੋ ਫਾਰਮ ਭਰੇ ਨੇ ਦਾ ਲਿਖਤੀ ਟੈਸਟ ਲਿਓ, ਗੁਰਮੁਖੀ ਲਿਖਣਾ ਪੜ੍ਹਨਾ ਆ ਰਿਹਾ ਨਹੀਂ ਆ ਰਿਹਾ। ਇਹ ਇਸ ਗੱਲ ਦੀ ਉਹ ਸਾਨੂੰ ਉਧਰੋਂ ਆਂਦਾ ਹੈਗਾ ਤਾਂ ਕਮੇਟੀ ਬੈਠੀ ਹੈ, ਉਸ ਚੀਜ਼ ਦਾ ਬੈਠ ਕਰਕੇ ਫੈਸਲਾ ਲਏਗੀ ਕਿ ਅਗਰ ਉਹ ਲੋਕ ਸਾਨੂੰ ਕਹਿੰਦੇ ਨੇ ਕਿ ਪਹਿਲੇ ਤੁਸੀਂ ਲਿਖਤੀ ਟੈਸਟ ਲਓ। ਇਹ ਤਾਂ ਮੁੱਖ ਚੁਣਾਵ ਅਧਿਕਾਰੀ ਦਾ ਕੰਮ ਹੈ ਬਾਬਾ ਜੀ। ਅਕਾਲ ਤਖਤ ਦਾ ਆਦੇਸ਼ ਹੈ, ਹੁਣ ਕਿਹੜਾ ਆਦੇਸ਼ ਲੈਣਾ ਹੈ? ਆਦੇਸ਼ ਦੀ ਕਾਪੀ ਤੁਹਾਨੂੰ ਦੇਵਾਂ? ਆਦੇਸ਼ ਹੈ ਕਿ ਤੁਹਾਨੂੰ ਕਰਨਾ ਹੈ ਤਾਂ ਤੁਸੀਂ ਉਹ ਕਿਉਂ ਨਹੀਂ ਕਰ ਰਹੇ ਹੋ? ਤੁਸੀਂ ਦੂਜੇ ਉੱਤੇ ਕਿਉਂ ਡੋਲ ਰਹੇ ਹੋ? ਤੁਸੀਂ ਖੁਦ ਇਹ ਉੱਤੇ ਅਸੀਂ ਕੁਝ ਨਹੀਂ ਡੋਲ ਰਹੇ। ਜਿਹੜਾ ਅਕਾਲ ਤਖਤ ਦਾ ਆਦੇਸ਼ ਹੈਗਾ ਉਹ ਤੁਸੀਂ ਦੇਖੋ ਨਾ, ਫਾਰਮ ਤੇ ਹਰ ਗੱਲ ਲਿਖੀ ਹੈਗੀ ਹੈ। ਪੰਜਾਬੀ ਪੜ੍ਹਾ ਹੋਣਾ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹ ਬਿਲਕੁਲ ਹੈਗੀ ਹੈ। ਪੰਜਾਬੀ ਗੁਰਮੁਖੀ ਪੜ੍ਹਿਆ ਹੋਣਾ ਚਾਹੀਦਾ, ਅੰਮ੍ਰਿਤਧਾਰੀ ਹੋਣਾ ਚਾਹੀਦਾ, ਸਾਰੀ ਚੀਜ਼ ਹੈਗੀ ਹੈ। ਮੈਂ ਉਹੀ ਤਾਂ ਕਹਿ ਰਿਹਾ, ਉਹਦਾ ਟੈਸਟ ਲਿਓ ਨਾ। ਹਾਂ, ਤਾਂ ਉਹਦਾ ਟੈਸਟ ਲੈਣ ਵਾਸਤੇ ਸਾਨੂੰ ਨਹੀਂ ਬੌਂਡ ਕੀਤਾ ਗਿਆ ਹੈ। ਚੁਣਾਵ ਅਧਿਕਾਰੀ ਦਾ ਕੰਮ ਹੈ, ਲੈ ਸਕਦੇ ਹੋ ਤੁਸੀਂ,
ਲੈ ਸਕਦੇ ਹੋ ਤੁਸੀਂ ਕੀ ਬੰਦਾ ਮੈਂ ਕਹਾਂ ਕਿ ਮੈਨੂੰ ਗੁਰਮੁਖੀ ਆਂਦੀ ਹੈ ਔਰ ਮੈਂ ਪਤਾ ਚੱਲਿਆ ਨਹੀਂ ਆਂਦੀ ਫਿਰ ਕਿਵੇਂ ਕਰੋਗੇ ਲਵਾਂਗੇ ਅਸੀਂ ਤਦ ਜਦ ਅਸੀਂ ਆਬਜੈਕਸ਼ਨ ਸਾਹਮਣੇ ਆਏਗਾ ਤੇ ਜਦ ਉਹ ਗੱਲ ਆਏਗੀ ਤਾਂ ਉਹਦੀ ਵਿਧੀਵਤ ਉਹਨਾਂ ਤੋਂ ਪੁੱਛ ਕਰਕੇ ਉਹ ਜੋ ਵੀ ਫੈਸਲਾ ਅਕਾਲ ਤਖਤ ਦਾ ਆਏਗਾ ਉਹਨਾਂ ਨੂੰ ਕਹਾਂਗੇ ਤੁਸੀਂ ਆਪਣਾ ਪਰਵੇਖਸ਼ਕ ਲਿਆਓ ਕਿਉਂਕਿ ਹੋ ਸਕਦਾ ਹੈ ਕਿ ਸਾਡੀ ਗੱਲ ਤੇ ਟੀਕਾ ਟਿੱਪਣੀ ਕੋਈ ਕਰੇ ਉਹਨਾਂ ਦੀ ਗੱਲ ਤੇ ਕੋਈ ਕਰੇਗਾ ਨਹੀਂ ਮਤਲਬ ਤੁਸੀਂ ਕਹਿ ਰਹੇ ਹੋ ਨਾ ਕਿ ਆਪੱਤੀ ਆਏਗੀ ਤਾਂ ਤੁਸੀਂ ਕਰੋਗੇ ਬਿਲਕੁਲ ਆਪੱਤੀ ਆਏਗੀ ਤਾਂ ਸਾਹਮਣੇ ਜਿਹੜੀ ਗੱਲ ਆਏਗੀ ਤਾਂ ਉਹਦਾ ਨਿਵਾਰਣ ਤਾਂ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ